ਹੈਲੋ ਫਰੈਂਡਸ, ਇਸ ਵੀਡੀਓ ਦੇ ਵਿੱਚ ਅਸੀਂ ਗੱਲ ਕਰਾਂਗੇ ਭਾਰਤੀ ਸੰਵਿਧਾਨ ਸਭਾ ਬਾਰੇ। ਇਸ ਦੇ ਨਾਲ ਰਿਲੇਟਡ ਜਿੰਨੇ ਵੀ ਜ਼ਰੂਰੀ ਸਵਾਲ ਬਣਦੇ ਨੇ ਉਹਨਾਂ ਬਾਰੇ। ਤੇ ਦੋਸਤੋ, ਇਹ ਵੀਡੀਓ ਹੈ ਜਿਹੜੀ ਭਾਰਤੀ ਸੰਵਿਧਾਨ ਸਭਾ ਬਾਰੇ ਹੈ ਕਿ ਕਿਸ ਤਰ੍ਹਾਂ ਭਾਰਤੀ ਸਭਾ ਦਾ ਵਿਕਾਸ, ਸੰਵਿਧਾਨ ਸਭਾ ਦਾ ਵਿਕਾਸ ਹੋਇਆ, ਉਸ ਦੁਆਰਾ ਕਿਹੜੇ ਕਿਹੜੇ ਕੰਮ ਕੀਤੇ ਗਏ ਨੇ। ਇਹ ਸਾਰੇ ਪੁਆਇੰਟ ਇਸ ਵੀਡੀਓ ਦੇ ਵਿੱਚ ਅਸੀਂ ਡਿਸਕਸ ਕਰਾਂਗੇ। ਦੋਸਤੋ, ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਚੰਗੀ ਲੱਗੇ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ, ਨਾਲ ਹੀ ਸਾਡਾ ਇਹ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਸ਼ੁਰੂ ਕਰਦੇ ਹਾਂ ਅੱਜ ਦੀ ਵੀਡੀਓ। ਤਾਂ ਦੋਸਤੋ, ਜਿਹੜੀ ਸੰਵਿਧਾਨ ਸਭਾ ਹੈਗੀ ਉਸ ਦੀ ਮੰਗ ਸਭ ਤੋਂ ਪਹਿਲਾਂ ਜਿਹੜੀ ਗਾਂਧੀ ਦੁਆਰਾ ਕੀਤੀ ਗਈ ਸੀ। ਮਹਾਤਮਾ ਗਾਂਧੀ ਨੇ 1922 ਦੇ ਵਿੱਚ ਕਿਹਾ ਸੀ ਕਿ ਭਾਰਤੀਆਂ ਲਈ ਇੱਕ ਸੰਵਿਧਾਨ ਸਭਾ ਹੋਣੀ ਚਾਹੀਦੀ ਹੈ। ਤਾਂ ਮਹਾਤਮਾ ਗਾਂਧੀ ਨੇ ਕੀ ਕਿਹਾ ਸੀ ਦੋਸਤੋ ਕਿ ਭਾਰਤੀਆਂ ਲਈ ਇੱਕ ਸੰਵਿਧਾਨ ਸਭਾ ਹੋਵੇ ਜਿਹੜੀ ਉਹ ਆਪਣਾ ਸੰਵਿਧਾਨ ਬਣਾਵੇ। ਤਾਂ ਦੋਸਤੋ, ਇਸ ਤੋਂ ਬਾਅਦ ਜਿਹੜੀ ਇਹ ਮੰਗ ਹੈ ਉਹ ਉੱਠਦੀ ਗਈ। ਇਸ ਤਰੀਕੇ ਨਾਲ ਇਹ ਮੰਗ ਜਦੋਂ ਉੱਠਦੀ ਗਈ ਤਾਂ ਇਸ ਤੋਂ ਬਾਅਦ ਅੰਗਰੇਜ਼ਾਂ ਨੇ ਕੀ ਕੀਤਾ, 1940 ਦੇ ਵਿੱਚ ਇੱਕ ਅਗਸਤ ਪ੍ਰਸਤਾਵ ਪੇਸ਼ ਕੀਤਾ। ਤਾਂ ਦੋਸਤੋ, ਅੰਗਰੇਜ਼ਾਂ ਨੇ ਜਿਹੜਾ ਅਗਸਤ ਪ੍ਰਸਤਾਵ ਪੇਸ਼ ਕੀਤਾ 1940 ਦੇ ਵਿੱਚ, ਭਾਰਤੀਆਂ ਦੁਆਰਾ ਇਸ ਅਗਸਤ ਪ੍ਰਸਤਾਵ ਨੂੰ ਠੁਕਰਾ ਦਿੱਤਾ ਗਿਆ ਸੀ। ਕਾਰਨ ਕੀ ਸੀ ਦੋਸਤੋ ਇਸ ਨੂੰ ਰਿਜੈਕਟ ਕਰਨ ਦਾ ਭਾਰਤੀਆਂ ਨੇ? ਕਿਉਂਕਿ ਇਸ ਅਗਸਤ ਪ੍ਰਸਤਾਵ ਦੇ ਵਿੱਚ ਅੰਗਰੇਜ਼ਾਂ ਨੇ ਲਿਖਿਆ ਕਿ ਸਿਰਫ ਜਿਹੜੇ ਮੁੱਖ ਭਾਰਤੀ ਨੇ ਕਿ ਉਹੀ ਸਾਡੀ ਸੰਵਿਧਾਨ ਸਭਾ ਦੇ ਵਿੱਚ ਭਾਗ ਲੈਣਗੇ। ਜਿਹੜੇ ਮੁੱਖ ਭਾਰਤੀ ਨੇ ਉਹ ਸੰਵਿਧਾਨ ਸਭਾ ਦੇ ਵਿੱਚ ਭਾਗ ਲੈਣਗੇ, ਹੋਰ ਕਿਸੇ ਨੂੰ ਭਾਗ ਲੈਣ ਦਾ ਮੌਕਾ ਨਹੀਂ ਮਿਲੇਗਾ। ਇਸ ਕਰਕੇ ਭਾਰਤੀਆਂ ਨੇ ਜੋ 1940 ਦੇ ਵਿੱਚ ਅਗਸਤ ਪ੍ਰਸਤਾਵ ਸੀ ਉਸ ਨੂੰ ਠੁਕਰਾ ਦਿੱਤਾ ਸੀ। ਇਸ ਤੋਂ ਬਾਅਦ ਦੋਸਤੋ, ਅੰਗਰੇਜ਼ਾਂ ਦੁਆਰਾ ਇੱਕ ਕ੍ਰਿਪਸ ਪ੍ਰਸਤਾਵ ਭੇਜਿਆ ਗਿਆ ਸੀ 1942 ਦੇ ਵਿੱਚ। ਦੋਸਤੋ, ਇਸ ਨੂੰ ਵੀ ਭਾਰਤੀਆਂ ਦੁਆਰਾ ਅਸਵੀਕਾਰ ਕਰ ਦਿੱਤਾ ਗਿਆ ਸੀ। ਦੋਸਤੋ, ਭਾਰਤੀਆਂ ਨੇ ਕ੍ਰਿਪਸ ਮਿਸ਼ਨ ਹੈ ਜਿਹੜਾ ਉਸ ਨੂੰ ਇਸ ਕਰਕੇ ਅਸਵੀਕਾਰ ਕਰ ਦਿੱਤਾ। ਕਾਰਨ ਇਹ ਸੀ ਕਿਉਂਕਿ ਅੰਗਰੇਜ਼ਾਂ ਨੇ ਕਿਹਾ ਕਿ ਅਸੀਂ ਭਾਰਤੀਆਂ ਨੂੰ ਸੰਵਿਧਾਨ ਸਭਾ ਬਣਾਉਣ ਦਾ ਮੌਕਾ ਦੇਵਾਂਗੇ, ਪਰ ਜਦੋਂ ਦੂਜਾ ਵਿਸ਼ਵ ਯੁੱਧ ਖਤਮ ਹੋ ਜਾਵੇਗਾ ਉਸ ਤੋਂ ਬਾਅਦ ਇਹ ਮੌਕਾ ਮਿਲੇਗਾ। ਤਾਂ ਭਾਰਤੀ ਲੋਕਾਂ ਨੇ ਕਿਹਾ, ਅਜਿਹਾ ਕਿਉਂ? ਜਦੋਂ ਅਸੀਂ ਸੰਵਿਧਾਨ ਬਣਾਉਣਾ ਹੈਗਾ ਤਾਂ ਸਾਨੂੰ ਹੁਣੇ ਸੰਵਿਧਾਨ ਬਣਾਉਣ ਦਾ ਮੌਕਾ ਮਿਲਣਾ ਚਾਹੀਦਾ ਹੈ, ਯੁੱਧ ਦੀ ਸਮਾਪਤੀ ਤੋਂ ਬਾਅਦ ਕਿਉਂ ਮਿਲਣਾ ਚਾਹੀਦਾ ਹੈ? ਇਸ ਕਰਕੇ ਕ੍ਰਿਪਸ ਮਿਸ਼ਨ ਹੈ ਜਿਹੜਾ ਉਹ ਉਸ ਨੂੰ ਅਸਵੀਕਾਰ ਕਰ ਦਿੱਤਾ ਗਿਆ ਸੀ। ਤਾਂ ਦੋਸਤੋ, ਦੋ ਚੀਜ਼ਾਂ ਆਈਆਂ ਨੇ, ਇੱਕ ਅਗਸਤ ਪ੍ਰਸਤਾਵ 1940 ਦੇ ਵਿੱਚ ਹੈ ਉਸ ਨੂੰ ਰਿਜੈਕਟ ਕਰਤਾ, ਇਸ ਤੋਂ ਬਾਅਦ ਕ੍ਰਿਪਸ ਮਿਸ਼ਨ ਪ੍ਰਸਤਾਵ ਹੈ ਜਿਹੜਾ ਉਸ ਨੂੰ ਵੀ ਭਾਰਤੀਆਂ ਵੱਲੋਂ ਰਿਜੈਕਟ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਦੋਸਤੋ ਕੀ ਕੀਤਾ, ਹੁਣ ਜਿਹੜਾ ਉਸ ਟਾਈਮ ਜਿਹੜਾ ਇੰਗਲੈਂਡ ਦਾ ਪ੍ਰਧਾਨ ਮੰਤਰੀ ਹੈ ਉਹ ਕੌਣ ਹੈ ਦੋਸਤੋ? ਕਲੀਮੈਂਟ ਏਟਲੀ ਹੈ। ਤਾਂ ਉਸ ਨੇ ਮੰਨ ਲਿਆ ਕਿ ਹੁਣ ਭਾਰਤੀਆਂ ਨੂੰ ਸੰਵਿਧਾਨ ਬਣਾਉਣ ਦਾ ਮੌਕਾ ਦਿੱਤਾ ਜਾਵੇ। ਤਾਂ ਉਸ ਟਾਈਮ ਦੋਸਤੋ ਉਸ ਨੇ ਕੈਬਨਿਟ ਮਿਸ਼ਨ ਯੋਜਨਾ ਭੇਜੀ ਜਿਸ ਦੇ ਆਧਾਰ ਤੇ ਭਾਰਤੀਆਂ ਨੂੰ ਸੰਵਿਧਾਨ ਬਣਾਉਣ ਦਾ ਮੌਕਾ ਮਿਲਿਆ। ਤਾਂ ਦੋਸਤੋ, ਉਸ ਟਾਈਮ ਇੰਡੀਆ ਦੇ ਲੋਕਾਂ ਨੇ ਵੀ ਕੈਬਨਿਟ ਮਿਸ਼ਨ ਦੇ ਆਧਾਰ ਤੇ ਸੰਵਿਧਾਨ ਸਭਾ ਬਣਾਉਣ ਦਾ ਜਿਹੜਾ ਉਹ ਸੀ ਪ੍ਰਸਤਾਵ ਸੀ ਉਸ ਨੂੰ ਮੰਨ ਲਿਆ। ਤਾਂ ਦੋਸਤੋ, ਉਸ ਟਾਈਮ ਕੈਬਨਿਟ ਮਿਸ਼ਨ ਦੇ ਆਧਾਰ ਤੇ ਸਭ ਤੋਂ ਪਹਿਲੀ ਵਾਰ ਸੰਵਿਧਾਨ ਸਭਾ ਬਣੀ ਸੀ। ਤਾਂ ਆਮ ਸਵਾਲ ਆਉਂਦਾ ਦੋਸਤੋ ਕਿ ਕਿਸ ਮਿਸ਼ਨ ਦੇ ਆਧਾਰ ਤੇ ਸੰਵਿਧਾਨ ਸਭਾ ਜਿਹੜੀ ਉਹ ਬਣਾਈ ਗਈ ਸੀ? ਤਾਂ ਦੋਸਤੋ, ਕੈਬਨਿਟ ਮਿਸ਼ਨ ਦੇ ਆਧਾਰ ਤੇ ਜਿਹੜੀ ਸੰਵਿਧਾਨ ਸਭਾ ਬਣਾਈ ਗਈ ਸੀ। ਤਾਂ ਕੈਬਨਿਟ ਮਿਸ਼ਨ ਯੋਜਨਾ ਜਿਹੜੀ ਉਹ ਆਈ ਤੇ ਉਸ ਦੇ ਆਧਾਰ ਤੇ ਕੀ ਕੀਤਾ ਗਿਆ ਦੋਸਤੋ, ਸੰਵਿਧਾਨ ਸਭਾ ਬਣਾਈ ਗਈ ਸੀ, ਜਿਸ ਦੇ ਦੋਸਤੋ ਕੈਬਨਿਟ ਮਿਸ਼ਨ ਦੇ ਆਧਾਰ ਤੇ 399 ਮੈਂਬਰ ਨੇ ਜਿਹੜੇ ਉਹ ਨਿਯੁਕਤ ਕੀਤੇ ਗਏ ਸੀ। 389 ਮੈਂਬਰ ਨੇ ਜਿਹੜੇ ਦੋਸਤੋ ਨਿਯੁਕਤ ਕੀਤੇ ਗਏ ਸੀ ਸੰਵਿਧਾਨ ਸਭਾ ਦੇ ਮੈਂਬਰ ਜਿਨ੍ਹਾਂ ਨੇ ਸੰਵਿਧਾਨ ਬਣਾਉਣਾ ਸੀ। ਤਾਂ ਦੋਸਤੋ, ਜਿਹੜਾ ਇਹ ਕ੍ਰਿਪਸ ਮਿਸ਼ਨ ਆਇਆ ਇਸ ਦੇ ਵਿੱਚ ਕੀ ਨੇ, 3 ਮੈਂਬਰ ਨੇ। ਤਾਂ ਦੋਸਤੋ, ਸਭ ਤੋਂ ਪਹਿਲਾਂ ਜਿਹੜਾ ਕੈਬਨਿਟ ਮਿਸ਼ਨ ਯੋਜਨਾ ਹੈਗੀ ਇਹਦੇ ਵਿੱਚ ਕੀ ਨੇ, 3 ਕੈਬਨਿਟ ਮੰਤਰੀ ਨੇ। ਪਹਿਲਾ ਨੰਬਰ ਤੇ ਪੈਂਥਕ ਲਾਰੈਂਸ ਹੈ। ਦੂਜਾ ਕੌਣ ਹੈ ਦੋਸਤੋ, ਜਿਹੜਾ ਇਸ ਦਾ ਅਧਿਅਕਸ਼ ਹੈ ਉਹ ਹੈ ਦੋਸਤੋ ਸਟੈਟਫੋਰਡ ਕ੍ਰਿਪਸ ਹੈ। ਇਸ ਤੋਂ ਇਲਾਵਾ ਅਲੈਗਜ਼ੈਂਡਰ ਹੈ ਦੋਸਤੋ। ਇਹ ਤਿੰਨੇ ਬੰਦੇ ਨੇ ਜਿਹੜੇ ਇਸ ਕੈਬਨਿਟ ਮਿਸ਼ਨ ਦੇ ਕੀ ਨੇਗੇ ਦੋਸਤੋ, ਮੇਨ ਮੈਂਬਰ ਨੇ। ਤਾਂ ਦੋਸਤੋ, ਇਸ ਤਰ੍ਹਾਂ ਕੈਬਨਿਟ ਮਿਸ਼ਨ ਦੇ ਆਧਾਰ ਤੇ ਉਸ ਟਾਈਮ ਸੰਵਿਧਾਨ ਸਭਾ ਬਣਾਈ ਗਈ। ਤਾਂ ਦੋਸਤੋ, ਜਿਹੜੀ ਸੰਵਿਧਾਨ ਸਭਾ ਦੇ ਵਿੱਚ ਮੈਂਬਰ ਨਿਯੁਕਤ ਕੀਤੇ ਗਏ ਉਸ ਟਾਈਮ 399 ਮੈਂਬਰ ਨੇ ਜਿਹੜੇ ਉਹ ਨਿਯੁਕਤ ਕੀਤੇ ਗਏ ਸੀ। 389 ਮੈਂਬਰ ਜਿਨ੍ਹਾਂ ਨੇ ਸੰਵਿਧਾਨ ਬਣਾਉਣ ਦਾ ਕੰਮ ਕਰਨਾ ਸੀ। ਤਾਂ ਇਹਨਾਂ ਨੇ 399 ਮੈਂਬਰ ਜਿਹੜੇ ਨਿਯੁਕਤ ਕੀਤੇ ਗਏ ਨੇ। ਤਾਂ ਇਹ ਮੈਂਬਰ ਕਿਵੇਂ ਨਿਯੁਕਤ ਕੀਤੇ ਗਏ ਨੇ ਦੋਸਤੋ, ਉਸ ਟਾਈਮ ਜੇ ਦੇਖਿਆ ਜਾਵੇ 93 ਦੇ ਕਰੀਬ ਸਾਡੇ ਜਿਹੜੀਆਂ ਦੇਸੀ ਰਿਆਸਤਾਂ ਦੇ ਵਿੱਚੋਂ ਮੈਂਬਰ ਲਏ ਗਏ ਨੇ ਤੇ ਜਿਹੜੇ 296 ਮੈਂਬਰ ਨੇ ਉਹ ਬ੍ਰਿਟਿਸ਼ ਪ੍ਰਾਂਤ ਦੇ ਵਿੱਚੋਂ ਡਾਇਰੈਕਟ ਰੂਪ ਦੇ ਵਿੱਚ ਲਏ ਗਏ ਨੇ।
ਤਾਂ ਦੇਖੋ ਦੋਸਤੋ ਉਸ ਟਾਈਮ ਕੀ ਸੀ, ਜਿਹੜੇ 389 ਮੈਂਬਰ ਲਏ ਗਏ ਨੇ, ਉਸ ਟਾਈਮ 10 ਲੱਖ ਦੇ ਵਾਂਗਰ ਇੱਕ ਵਿਅਕਤੀ ਜਿਹੜਾ ਸੀ ਨਿਯੁਕਤ ਕੀਤਾ ਗਿਆ ਸੀ। ਉਸ ਟਾਈਮ ਜਿਹੜੀ ਸਾਡੀ ਜਨਸੰਖਿਆ ਸੀ ਉਹ ਕਿੰਨੀ ਸੀ ਦੋਸਤੋ, 40 ਕਰੋੜ ਸੀ, ਜੋ ਅੱਗੇ ਜਾ ਕੇ ਆਪਾਂ ਗੱਲ ਕਰਦੇ ਹਾਂ। ਸਭ ਤੋਂ ਪਹਿਲਾਂ ਅਸੀਂ ਦੇਖਦੇ ਹਾਂ ਜਿਹੜੇ 389 ਮੈਂਬਰ ਲਏ ਗਏ ਨੇ ਇਹ ਕਿਸ ਤਰੀਕੇ ਦੇ ਨਾਲ ਲਏ ਗਏ ਨੇ। ਤਾਂ ਦੋਸਤੋ ਜਿਹੜੇ ਮੈਂਬਰ ਚੁਣੇ ਗਏ ਨੇ ਉਹ ਕਿਹੜੇ ਨੇ, ਸਾਡੇ 296 ਮੈਂਬਰ। 292 ਮੈਂਬਰ ਨੇ ਦੋਸਤੋ ਉਹ ਨੇ ਸਾਡੇ ਬ੍ਰਿਟਿਸ਼ ਪ੍ਰਾਂਤਾਂ ਦੇ ਵਿੱਚੋਂ, 4 ਨੇ ਜਿਹੜੇ ਚੀਫ ਇਲੈਕਸ਼ਨ ਕਮਿਸ਼ਨਰ ਦੇ ਖੇਤਰ ਦੇ ਵਿੱਚੋਂ, 93 ਮੈਂਬਰ ਸੀ ਜਿਹੜੇ ਦੋਸਤੋ ਉਹ ਦੇਸੀ ਰਿਆਸਤਾਂ ਦੇ ਵਿੱਚੋਂ ਇਲੈਕਟ ਕੀਤੇ ਗਏ ਸੀ, ਜਿਨ੍ਹਾਂ ਨੂੰ ਨਾਮਜ਼ਦ ਕੀਤਾ ਗਿਆ ਸੀ ਉਹ ਦੇਸੀ ਰਿਆਸਤਾਂ ਦੇ ਵਿੱਚੋਂ ਸੀ। ਦੋਸਤੋ ਅਸੀਂ ਦੇਖਦੇ ਹਾਂ ਕਿ 389 ਮੈਂਬਰ ਨਿਯੁਕਤ ਕੀਤੇ ਗਏ ਨੇ, ਇਹ ਵੱਧ ਨਹੀਂ ਕੀਤੇ ਗਏ, ਘੱਟ ਨਹੀਂ ਕੀਤੇ ਗਏ। ਕਾਰਨ ਕੀ ਸੀ, ਕੈਬਨਿਟ ਮਿਸ਼ਨ ਜਿਹੜਾ ਆਇਆ ਸੀ ਉਹਦੇ ਆਧਾਰ ਤੇ ਦੋਸਤੋ ਉਸ ਟਾਈਮ ਦੇਖਿਆ ਗਿਆ ਜਿਹੜੀ ਜਨਸੰਖਿਆ ਸੀ ਉਹ 40 ਕਰੋੜ ਸੀ। ਤਾਂ ਦੋਸਤੋ 10 ਲੱਖ ਦੇ ਪਿੱਛੇ ਇੱਕ ਵਿਅਕਤੀ ਨਿਯੁਕਤ ਕੀਤਾ ਗਿਆ ਸੀ। ਤਾਂ ਦੋਸਤੋ ਇਸ ਤਰੀਕੇ ਨਾਲ 1 ਕਰੋੜ ਦੇ ਵਾਂਗਰ 10 ਬੰਦੇ ਨਿਯੁਕਤ ਕੀਤੇ ਗਏ ਤੇ 40 ਕਰੋੜ ਦੇ ਵਾਂਗਰ ਕਿੰਨੇ ਨਿਯੁਕਤ ਕੀਤੇ ਗਏ ਦੋਸਤੋ, 389 ਮੈਂਬਰ ਉਸ ਟਾਈਮ ਨੇ ਜਿਹੜੇ ਨਿਯੁਕਤ ਕੀਤੇ ਗਏ ਸੀ। ਤਾਂ ਇਸ ਤਰੀਕੇ ਨਾਲ ਦੋਸਤੋ ਕੈਬਨਿਟ ਮਿਸ਼ਨ ਯੋਜਨਾ ਦੇ ਅਧੀਨ ਜਿਹੜੇ 40 ਕਰੋੜ ਦੇ ਵਾਂਗਰ 399 ਮੈਂਬਰ ਨੇ ਜਿਹੜੇ ਉਹ ਨਿਯੁਕਤ ਕੀਤੇ ਗਏ ਸੀ। ਤਾਂ ਦੋਸਤੋ 10 ਲੱਖ ਦੇ ਪਿੱਛੇ ਇੱਕ ਮੈਂਬਰ ਨਿਯੁਕਤ ਕੀਤਾ ਗਿਆ ਸੀ। 10 ਲੱਖ ਜਿੱਥੇ ਜਿਹੜੇ ਖੇਤਰ ਦੀ ਜਨਸੰਖਿਆ ਹੁੰਦੀ ਸੀ ਉਹਦੇ ਵਾਂਗਰ ਇੱਕ ਵਿਅਕਤੀ ਹੈ ਜਿਹੜਾ ਸੰਵਿਧਾਨ ਬਣਾਉਣ ਵਾਲਾ ਸੰਵਿਧਾਨ ਸਭਾ ਦਾ ਮੈਂਬਰ ਨਿਯੁਕਤ ਕੀਤਾ ਗਿਆ ਸੀ। ਤਾਂ ਦੋਸਤੋ ਉਸ ਟਾਈਮ ਜਿਹੜੇ ਜੇ ਦੇਖਿਆ ਜਾਵੇ ਚੀਫ ਇਲੈਕਸ਼ਨ ਕਮਿਸ਼ਨਰ ਖੇਤਰ ਨੇ ਉਹ ਕਿਹੜੇ ਕਿਹੜੇ ਨੇ, ਸਭ ਤੋਂ ਪਹਿਲਾਂ ਦੇਖਿਆ ਜਾਵੇ ਜਿਵੇਂ ਸਾਡੀ ਦਿੱਲੀ ਹੈ ਇਹ ਸੀ ਉਸ ਟਾਈਮ ਚੀਫ ਇਲੈਕਸ਼ਨ ਕਮਿਸ਼ਨਰ ਖੇਤਰ। ਦੂਜਾ ਸੀ ਸਾਡਾ ਅਜਮੇਰ ਮੇਰਵਾੜਾ, ਪਹਿਲਾ ਦਿੱਲੀ, ਦੂਜਾ ਅਜਮੇਰ ਮੇਰਵਾੜਾ, ਤੀਜਾ ਸੀ ਦੋਸਤੋ ਕੁਰਗ ਜਿਹੜਾ ਕਿ ਕਰਨਾਟਕ ਦੇ ਵਿੱਚ ਹੈ, ਚੌਥਾ ਦੋਸਤੋ ਬਲੋਚਿਸਤਾਨ ਜਿਹੜਾ ਕਿ ਅੱਜ ਕੱਲ੍ਹ ਪਾਕਿਸਤਾਨ ਦੇ ਵਿੱਚ ਖੇਤਰ ਪਾਇਆ ਗਿਆ ਗਾ, ਉਹ ਖੇਤਰ ਸੀਗਾ ਦੋਸਤੋ ਇਹਦੇ ਵਿੱਚ ਲਿਆ ਗਿਆ ਸੀ। ਇਸ ਤੋਂ ਬਾਅਦ ਤਾਂ ਦੋਸਤੋ ਹੁਣ ਸੰਵਿਧਾਨ ਸਭਾ ਦੇ ਮੈਂਬਰ ਨਿਯੁਕਤ ਕਰ ਦਿੱਤੇ ਗਏ। ਤਾਂ ਹੁਣ ਜੇ ਸੰਵਿਧਾਨ ਸਭਾ ਦੇ ਮੈਂਬਰਾਂ ਨੇ ਕੀ ਕਰਨਾ ਸੀ, ਸਭ ਤੋਂ ਪਹਿਲਾਂ ਸੰਵਿਧਾਨ ਬਣਾਉਣ ਦਾ ਕੰਮ ਕਰਨਾ ਸੀ। ਤਾਂ ਦੋਸਤੋ ਸਭ ਤੋਂ ਪਹਿਲੀ ਬੈਠਕ ਹੈ ਜਿਹੜੀ ਉਸ ਟਾਈਮ 9 ਦਸੰਬਰ 1946 ਨੂੰ ਹੋਈ। ਪਹਿਲੀ ਬੈਠਕ ਕਦੋਂ ਹੋਈ ਦੋਸਤੋ, 9 ਦਸੰਬਰ 1946 ਨੂੰ ਹੋਈ। ਤਾਂ ਦੋਸਤੋ ਹੁਣ ਦੇਖੋ ਜਦੋਂ ਵੀ ਕੋਈ ਚੀਜ਼ ਬਣਦੀ ਹੈ ਸਭ ਤੋਂ ਪਹਿਲਾਂ ਉਸ ਦਾ ਇੱਕ ਵਿਅਕਤੀ ਅਧਿਆਕਸ਼ ਬਣਾਇਆ ਜਾਂਦਾ ਹੈਗਾ। ਤਾਂ ਦੋਸਤੋ ਉਸ ਟਾਈਮ ਜਿਹੜਾ ਸੰਵਿਧਾਨ ਸਭਾ ਸੀ ਉਸ ਦੇ ਵਿੱਚ ਸਭ ਤੋਂ ਜਿਹੜਾ ਬਜ਼ੁਰਗ ਬੰਦਾ ਸੀ ਉਸ ਦਾ ਨਾਮ ਸੀ ਡਾਕਟਰ ਸਚਿਦਾਨੰਦ ਸਿਨਹਾ। ਤਾਂ ਦੋਸਤੋ ਉਹਨਾਂ ਨੇ ਦੇਖਿਆ ਕਿ ਜਿਹੜਾ ਡਾਕਟਰ ਸਚਿਦਾਨੰਦ ਸਿਨਹਾ ਹੈਗਾ ਇਹ ਸਭ ਤੋਂ ਬਜ਼ੁਰਗ ਵਿਅਕਤੀ ਨੇ, ਇਹਨਾਂ ਨੂੰ ਉਸ ਟਾਈਮ ਅਧਿਆਕਸ਼ ਬਣਾਉਣਾ ਚਾਹੀਦਾ ਹੈ। ਤਾਂ ਉਸ ਟਾਈਮ ਦੋਸਤੋ ਸੰਵਿਧਾਨ ਸਭਾ ਦੇ ਮੈਂਬਰਾਂ ਨੇ ਕੀ ਕੀਤਾ, ਡਾਕਟਰ ਸਚਿਦਾਨੰਦ ਸਿਨਹਾ ਨੂੰ ਉਸ ਟਾਈਮ ਕੀ ਕੀਤਾ ਦੋਸਤੋ, ਸੰਵਿਧਾਨ ਸਭਾ ਦਾ ਅਧਿਆਕਸ਼ ਬਣਾ ਦਿੱਤਾ ਸੀ। ਤਾਂ ਦੋਸਤੋ ਦੇਖੋ ਕੀ ਹੋਇਆ, ਜਦੋਂ ਪਹਿਲੀ ਬੈਠਕ ਹੋਈ 9 ਦਸੰਬਰ 1946 ਨੂੰ ਸੰਵਿਧਾਨ ਬਣਾਉਣ ਦੀ, ਤਾਂ ਉਸ ਟਾਈਮ ਡਾਕਟਰ ਸਚਿਦਾਨੰਦ ਸਿਨਹਾ ਨੇ ਜਿਹੜੇ ਉਹ ਕੀ ਬਣੇ, ਸੰਵਿਧਾਨ ਸਭਾ ਦੇ ਇੱਕ ਅਸਥਾਈ ਅਧਿਆਕਸ਼ ਬਣਾ ਦਿੱਤੇ ਗਏ ਸੀ। ਤਾਂ ਇਸ ਤੋਂ ਬਾਅਦ ਦੋਸਤੋ ਜੋ ਮੁਸਲਿਮ ਲੀਗ ਸੀ ਜਿਹੜੀ ਉਸ ਨੇ ਇਸ ਸੰਵਿਧਾਨ ਸਭਾ ਦਾ ਬਹਿਸ਼ਕਾਰ ਕਰ ਦਿੱਤਾ। ਮੁਸਲਿਮ ਲੀਗ ਨੇ ਕਿਹਾ ਕਿ ਅਸੀਂ ਸੰਵਿਧਾਨ ਸਭਾ ਦੇ ਵਿੱਚ ਭਾਗ ਨਹੀਂ ਲਵਾਂਗੇ। ਤਾਂ ਦੋਸਤੋ ਜਦੋਂ ਮੁਸਲਿਮ ਲੀਗ ਨੇ ਇਸ ਦਾ ਬਹਿਸ਼ਕਾਰ ਕਰ ਦਿੱਤਾ, ਇਸ ਨੂੰ ਛੱਡ ਦਿੱਤਾ, ਕਾਰਨ ਕੀ ਸੀ, ਕਿਉਂਕਿ ਉਸ ਟਾਈਮ ਮੁਸਲਿਮ ਲੀਗ ਸੀ ਜਿਹੜੀ ਉਸ ਦੇ ਘੱਟ ਮੈਂਬਰ ਨੇ ਜਿਹੜੇ ਉਹ ਵੋਟਾਂ ਦੇ ਵਿੱਚ ਜਿੱਤੇ ਸੀ। ਤਾਂ ਕੇਵਲ ਕਹਿੰਦੇ ਨੇ ਉਸ ਟਾਈਮ ਜੇ ਦੇਖਿਆ ਜਾਵੇ ਜਿਹੜੇ ਮੁਸਲਿਮ ਲੀਗ ਹੈ ਉਸ ਦੇ ਕੇਵਲ 73 ਮੈਂਬਰਾਂ ਨੂੰ ਹੀ ਸੰਵਿਧਾਨ ਸਭਾ ਦੇ ਵਿੱਚ ਰਹਿਣ ਦਾ ਮੌਕਾ ਮਿਲਿਆ ਸੀ। ਤਾਂ ਦੋਸਤੋ ਮੁਸਲਿਮ ਲੀਗ ਦੇ ਕੇਵਲ 73 ਮੈਂਬਰ ਸੀ। ਦੂਜੇ ਪਾਸੇ ਜੇ ਦੇਖਿਆ ਜਾਵੇ ਕਾਂਗਰਸ ਦੇ 208 ਮੈਂਬਰ ਨੇ ਜਿਹੜੇ ਉਹਨਾਂ ਨੇ ਚੋਣਾਂ ਦੇ ਵਿੱਚ ਜਿੱਤ ਪ੍ਰਾਪਤ ਕੀਤੀ ਸੀ, ਜਿਹਦੇ ਕਰਕੇ ਮੁਸਲਿਮ ਲੀਗ ਨੇ ਆਪਣੀ ਘੱਟ ਪ੍ਰਤੀਨਿਧਤਾ ਹੋਣ ਕਰਕੇ ਇਸ ਸੰਵਿਧਾਨ ਸਭਾ ਦਾ ਬਹਿਸ਼ਕਾਰ ਕਰ ਦਿੱਤਾ। ਉਹਨਾਂ ਨੇ ਇਸ ਦੇ ਵਿੱਚ ਭਾਗ ਨਹੀਂ ਲਿਆ। ਤਾਂ ਦੋਸਤੋ ਕੁਝ ਮੈਂਬਰ ਸੀ ਜਿਹੜੇ ਮੁਸਲਿਮ ਲੀਗ ਨੇ ਉਹਨਾਂ ਨੇ ਇਸ ਦੇ ਵਿੱਚ ਭਾਗ ਨਹੀਂ ਲਿਆ, ਜਿਹਦੇ ਕਰਕੇ ਉਸ ਟਾਈਮ ਜਿਹੜਾ ਵਿੰਸਟਨ ਚਰਚਿਲ ਹੈ ਉਸਨੇ ਕਿਹਾ ਕਿ ਇੱਕ ਅਜਿਹਾ ਵਿਆਹ ਹੈ ਜਿਹਦੀ ਦੁਲਹਨ ਹੀ ਗਾਇਬ ਹੈ। ਤਾਂ ਦੋਸਤੋ ਇਹ ਟਿੱਪਣੀ ਬੜੀ ਮਸ਼ਹੂਰ ਹੈ ਜਿਹੜੀ ਸੰਵਿਧਾਨ ਸਭਾ ਦੇ ਉੱਤੇ ਵਿੰਸਟਨ ਚਰਚਿਲ ਦੁਆਰਾ ਕੀਤੀ ਗਈ। ਉਸਨੇ ਕਿਹਾ ਸੀ ਕਿ ਇਹ ਇੱਕ ਅਜਿਹਾ ਵਿਆਹ ਹੈ ਜਿਸ ਦੀ ਦੁਲਹਨ ਕੀ ਹੈ, ਗਾਇਬ ਹੈ। ਤਾਂ ਦੋਸਤੋ ਇਸ ਤਰੀਕੇ ਨਾਲ ਜਿਹੜੀ ਸੰਵਿਧਾਨ ਸਭਾ ਦੀ ਪਹਿਲੀ ਬੈਠਕ 9 ਦਸੰਬਰ 1946 ਨੂੰ ਹੋਈ, ਜਿਹਦੇ ਵਿੱਚ ਮੁਸਲਿਮ ਲੀਗ ਨੇ ਇਸ ਦਾ ਬਹਿਸ਼ਕਾਰ ਕੀਤਾ। ਇਸ ਦੇ ਵਿੱਚ ਮੁਸਲਿਮ ਲੀਗ ਨੂੰ 73 ਸੀਟਾਂ ਮਿਲੀਆਂ ਤੇ ਜਿਹੜੀ ਸਾਡੀ ਕਾਂਗਰਸ ਹੈ ਉਸ ਦੇ 208 ਜਾਂ 207 ਮੈਂਬਰ ਇਸ ਦੇ ਵਿੱਚ ਚੁਣ ਕੇ ਆਏ ਸੀ। ਇਸ ਤੋਂ ਬਾਅਦ ਦੋਸਤੋ ਅੱਗੇ ਤਾਂ ਦੋਸਤੋ 9 ਦਸੰਬਰ 1946 ਨੂੰ ਡਾਕਟਰ ਸਚਿਦਾਨੰਦ ਸਿਨਹਾ ਨੂੰ
ਅਸਥਾਈ ਅਧਿਆਕਸ਼ ਬਣਾਇਆ ਗਿਆ ਸੀ। ਤਾਂ ਹੁਣ 11 ਦਸੰਬਰ 1946 ਨੂੰ 2 ਦਿਨ ਬਾਅਦ ਜਦੋਂ ਮੁਸਲਿਮ ਲੀਗ ਨੇ ਬਹਿਸ਼ਕਾਰ ਕੀਤਾ ਤਾਂ 11 ਦਸੰਬਰ 1946 ਨੂੰ ਡਾਕਟਰ ਰਜਿੰਦਰ ਪ੍ਰਸਾਦ ਨੂੰ ਇਸ ਦਾ ਸਥਾਈ ਅਧਿਆਕਸ਼ ਬਣਾ ਦਿੱਤਾ ਗਿਆ ਸੀ। ਤਾਂ ਦੇਖੋ ਦੋਸਤੋ ਦੂਰਦ੍ਰਿਸ਼ਟੀ ਇਸ ਦੀ ਕਿ 11 ਦਸੰਬਰ 1946 ਨੂੰ ਕੀ ਕੀਤਾ ਗਿਆ, ਡਾਕਟਰ ਰਜਿੰਦਰ ਪ੍ਰਸਾਦ ਨੂੰ ਇਸ ਦਾ ਸਥਾਈ ਅਧਿਆਕਸ਼ ਬਣਾ ਦਿੱਤਾ ਗਿਆ ਸੀ। ਤਾਂ ਇਸ ਤੋਂ ਬਾਅਦ ਦੋਸਤੋ 13 ਦਸੰਬਰ 1946 ਨੂੰ 2 ਦਿਨ ਬਾਅਦ ਜਿਹੜੇ ਸਾਡੇ ਜਵਾਹਰ ਲਾਲ ਨਹਿਰੂ ਨੇ ਉਸ ਨੇ ਸੰਵਿਧਾਨ ਸਭਾ ਦੇ ਵਿੱਚ ਉਦੇਸ਼ ਪ੍ਰਸਤਾਵ ਹੈ ਜਿਹੜਾ ਉਹ ਪੇਸ਼ ਕੀਤਾ ਸੀ। ਤਾਂ ਦੋਸਤੋ ਕੀ ਸੀ ਉਦੇਸ਼ ਪ੍ਰਸਤਾਵ? ਉਦੇਸ਼ ਪ੍ਰਸਤਾਵ ਇੱਕ ਤਰ੍ਹਾਂ ਦਾ ਅਸੀਂ ਕਹਿ ਲਈਏ ਇੱਕ ਢਾਂਚਾ ਸੀ ਜਿਹਦੇ ਵਿੱਚ ਕਿਹੜੇ ਕਿਹੜੇ ਉਦੇਸ਼ਾਂ ਨੂੰ ਮੁੱਖ ਰੱਖ ਕੇ ਸੰਵਿਧਾਨ ਬਣਾਇਆ ਜਾਣਾ ਹੈਗਾ ਉਸ ਬਾਰੇ ਸਾਰਾ ਕੁਝ ਲਿਖਿਆ ਹੋਇਆ ਸੀ। 13 ਦਸੰਬਰ 1946 ਨੂੰ ਉਦੇਸ਼ ਪ੍ਰਸਤਾਵ ਹੈ ਜਿਹੜਾ ਉਹ ਜਵਾਹਰ ਲਾਲ ਨਹਿਰੂ ਦੁਆਰਾ ਪੇਸ਼ ਕੀਤਾ ਗਿਆ ਸੀ, ਜਿਸ ਦੇ ਕੁੱਲ 8 ਅਨੁਛੇਦ ਸਾਡੇ ਸਾਹਮਣੇ ਆਉਂਦੇ ਨੇ। ਤਾਂ ਸਵਾਲ ਆਊਗਾ ਜੋ ਉਦੇਸ਼ ਪ੍ਰਸਤਾਵ ਪੇਸ਼ ਕੀਤਾ ਗਿਆ ਉਸ ਦੇ ਵਿੱਚ ਕਿੰਨੇ ਅਨੁਛੇਦ ਸੀ? ਕੁੱਲ 8 ਅਨੁਛੇਦ ਦੋਸਤੋ ਉਸ ਦੇ ਵਿੱਚ ਪਾਏ ਗਏ ਸੀ। ਤਾਂ ਦੋਸਤੋ ਇਸ ਤੋਂ ਬਾਅਦ ਕੀ ਹੋਇਆ, ਕਾਫੀ ਲੰਬਾ ਸਮਾਂ ਇਸ ਉਦੇਸ਼ ਪ੍ਰਸਤਾਵ ਦੇ ਉੱਤੇ ਬਹਿਸ ਚੱਲੀ। ਤਾਂ 22 ਜਨਵਰੀ 1947 ਨੂੰ ਦੋਸਤੋ ਕੀ ਕੀਤਾ ਗਿਆ, ਇਸ ਉਦੇਸ਼ ਪ੍ਰਸਤਾਵ ਨੂੰ ਪਾਸ ਕਰ ਦਿੱਤਾ ਗਿਆ ਸੀ। ਤਾਂ ਦੋਸਤੋ ਦੇਖੋ ਸਭ ਤੋਂ ਪਹਿਲਾਂ ਕੀ ਹੋਇਆ, 9 ਦਸੰਬਰ ਨੂੰ ਬੈਠਕ ਸ਼ੁਰੂ ਹੋਈ। ਸਚਿਦਾਨੰਦ ਸਿਨਹਾ ਨੂੰ ਇਸ ਦਾ ਕੀ ਅਧਿਆਕਸ਼ ਬਣਾਇਆ ਗਿਆ। 11 ਦਸੰਬਰ ਨੂੰ ਕੀ ਕੀਤਾ ਗਿਆ, ਰਜਿੰਦਰ ਪ੍ਰਸਾਦ ਨੂੰ ਅਧਿਆਕਸ਼ ਬਣਾਇਆ ਗਿਆ। 13 ਦਸੰਬਰ ਨੂੰ ਕੀ ਹੋਇਆ ਦੋਸਤੋ, ਨਹਿਰੂ ਜੀ ਨੇ ਕੀ ਕੀਤਾ, ਉਦੇਸ਼ ਪ੍ਰਸਤਾਵ ਪੇਸ਼ ਕੀਤਾ ਹੈਗਾ। ਉਦੇਸ਼ ਪ੍ਰਸਤਾਵ ਕੀ ਹੈ, ਕਿੰਨਾ ਉਦੇਸ਼ਾਂ ਨੂੰ ਮੁੱਖ ਰੱਖ ਕੇ ਸੰਵਿਧਾਨ ਬਣਾਇਆ ਗਿਆ ਹੈਗਾ। ਤੇ ਦੋਸਤੋ ਕਾਫੀ ਲੰਬਾ ਸਮਾਂ ਬਹਿਸ ਚੱਲੀ। 22 ਜਨਵਰੀ 1947 ਨੂੰ ਦੋਸਤੋ ਜਾ ਕੇ ਉਦੇਸ਼ ਪ੍ਰਸਤਾਵ ਨੂੰ ਪਾਸ ਕਰ ਦਿੱਤਾ ਗਿਆ ਸੀ। ਕਾਰਨ ਕੀ ਸੀ, ਜਿਨ੍ਹਾਂ ਉਦੇਸ਼ਾਂ ਨੂੰ ਮੁੱਖ ਰੱਖ ਕੇ ਸੰਵਿਧਾਨ ਬਣਾਇਆ ਜਾਣਾ ਸੀ ਉਹ ਸਭ ਉਦੇਸ਼ਾਂ ਨੂੰ ਪਾਸ ਕਰ ਦਿੱਤਾ ਗਿਆ ਸੀ। ਉਸ ਤੇ ਕਾਫੀ ਲੰਬਾ ਸਮਾਂ ਬਹਿਸ ਚੱਲੀ ਗਈ। ਇਸ ਤੋਂ ਬਾਅਦ ਦੋਸਤੋ ਕੀ ਹੋਇਆ, ਜਿਹੜੇ ਡਾਕਟਰ ਅੰਬੇਦਕਰ ਨੇ, ਹੁਣ ਅੰਬੇਦਕਰ ਬਾਰੇ ਅਸੀਂ ਥੋੜ੍ਹੀ ਮੋਟੀ ਗੱਲ ਕਰਦੇ ਹਾਂ। ਤਾਂ ਦੋਸਤੋ ਡਾਕਟਰ ਅੰਬੇਦਕਰ ਨੇ ਜਿਹੜੇ ਉਹਨਾਂ ਨੂੰ ਸੰਵਿਧਾਨ ਦਾ ਜਨਕ ਅਤੇ ਜਨਨੀ ਕਿਹਾ ਜਾਂਦਾ ਹੈ। ਤਾਂ ਦੋਸਤੋ ਜਿਹੜੇ ਡਾਕਟਰ ਅੰਬੇਦਕਰ ਨੇ ਉਹਨਾਂ ਨੂੰ ਸੰਵਿਧਾਨ ਦਾ ਜਨਕ ਅਤੇ ਜਨਨੀ ਕਿਹਾ ਜਾਂਦਾ ਹੈਗਾ। ਕਾਰਨ ਕੀ ਹੈ, ਕਿਉਂਕਿ ਉਸ ਟਾਈਮ ਇੱਕ ਡਰਾਫਟਿੰਗ ਕਮੇਟੀ ਬਣੀ ਸੀ। ਉਸ ਦੇ ਚੇਅਰਮੈਨ ਕੌਣ ਬਣੇ ਸੀ ਸਾਡੇ, ਉਸ ਟਾਈਮ ਜਿਹੜੇ ਡਰਾਫਟਿੰਗ ਕਮੇਟੀ ਬਣੀ ਸੀ ਉਸ ਦੇ ਚੇਅਰਮੈਨ ਡਾਕਟਰ ਭੀਮ ਰਾਓ ਅੰਬੇਦਕਰ ਬਣੇ ਸੀ, ਜਿਹੜੇ ਕਿ ਉਸ ਟਾਈਮ ਜੇ ਦੇਖਿਆ ਜਾਵੇ ਉਹਨਾਂ ਨੇ ਬੰਗਾਲ ਤੋਂ ਪਾਕਿਸਤਾਨ ਦੇ ਵਿੱਚ ਜਿਹੜਾ ਜੈਸੁਰ ਕੁਲਨਾ ਸੀ ਉਸ ਤੋਂ ਚੋਣ ਜਿੱਤੀ ਸੀ। ਇਸ ਤੋਂ ਬਾਅਦ ਉਹਨਾਂ ਨੇ ਬੰਬੇ ਤੋਂ ਚੋਣ ਲੜ ਕੇ ਸੰਵਿਧਾਨ ਸਭਾ ਦੇ ਵਿੱਚ ਸ਼ਾਮਿਲ ਹੋਏ ਸੀ। ਸ਼ੁਰੂ ਦੇ ਵਿੱਚ ਦੋਸਤੋ ਡਾਕਟਰ ਭੀਮ ਰਾਓ ਅੰਬੇਦਕਰ ਚੋਣਾਂ ਹਾਰ ਗਏ ਸੀ। ਇਸ ਤੋਂ ਬਾਅਦ ਉਹਨਾਂ ਨੇ ਬੰਗਾਲ ਦੇ ਵਿੱਚੋਂ ਜੇ ਦੇਖਿਆ ਜਾਵੇ ਬੰਗਾਲ ਦੇ ਵਿੱਚੋਂ ਚੋਣ ਲੜੀ ਤੇ ਪਾਕਿਸਤਾਨ ਦੇ ਵਿੱਚ ਉਹ ਚਲਾ ਗਿਆ ਜੈਸੁਰ ਕੁਲਨਾ। ਤੇ ਇਸ ਤੋਂ ਬਾਅਦ ਉਹਨਾਂ ਨੇ ਦੋਸਤੋ ਉਹਨਾਂ ਨੇ ਕੀਤਾ ਫਿਰ ਦੁਬਾਰਾ ਸੰਵਿਧਾਨ ਸਭਾ ਦੇ ਵਿੱਚ ਆਏ ਸੀ। ਤਾਂ ਦੋਸਤੋ ਜੇ ਦੇਖਿਆ ਜਾਵੇ, ਦੇਖੋ ਦੋਸਤੋ ਜਿਹੜੇ ਸਾਡੇ ਅੰਬੇਦਕਰ ਨੇ ਉਹ ਬੰਬੇ ਤੋਂ ਚੋਣ ਹਾਰੇ। ਤੇ ਇਸ ਤੋਂ ਬਾਅਦ ਦੋਸਤੋ ਕੀ ਹੋਇਆ, ਜਿਹੜੇ ਸਾਡੇ ਸੰਵਿਧਾਨ ਦੇ ਸਲਾਹਕਾਰ ਨੇ BN ਰਾਓ, ਤਾਂ ਦੋਸਤੋ BN ਰਾਓ ਦਾ ਸਭ ਤੋਂ ਜ਼ਿਆਦਾ ਸੰਵਿਧਾਨ ਬਣਾਉਣ ਦੇ ਵਿੱਚ ਕੀ ਹੈਗਾ ਯੋਗਦਾਨ ਹੈ। BN ਰਾਓ ਦੇ ਕਹਿਣ ਤੇ ਦੋਸਤੋ ਉਸ ਟਾਈਮ ਰਜਿੰਦਰ ਪ੍ਰਸਾਦ ਜੀ ਨੇ ਅੰਬੇਦਕਰ ਨੂੰ ਕੀ ਕੀਤਾ, BG ਖੈਰ ਦੇ ਥਾਂ ਤੇ ਕੀ ਕੀਤੀ, ਸੀਟ ਦਵਾਈ ਸੀ। ਤਾਂ ਦੋਸਤੋ ਉਸ ਟਾਈਮ BG ਖੈਰ ਨੂੰ ਕਹਿ ਕੇ ਸੀਟ ਖਾਲੀ ਕਰਵਾਈ ਸੀ। MR ਜਯੰਕਰ ਦੇ ਥਾਂ ਤੇ ਸੰਵਿਧਾਨ ਸਭਾ ਦੇ ਵਿੱਚ ਇਹਨਾਂ ਨੂੰ ਸੀਟ ਮਿਲੀ ਸੀ। ਤਾਂ ਦੋਸਤੋ ਹੁਣ ਅਸੀਂ ਗੱਲ ਕਰਦੇ ਹਾਂ ਅੱਗੇ। ਤਾਂ ਦੋਸਤੋ BN ਰਾਓ ਨੇ ਸਭ ਤੋਂ ਪਹਿਲਾਂ ਕੀ ਕੀਤਾ, ਸੰਵਿਧਾਨ ਦਾ ਪ੍ਰਾਰੂਪ ਯਾਨੀ ਕਿ ਡਰਾਫਟ ਤਿਆਰ ਕੀਤਾ। ਤਾਂ ਜਦੋਂ ਡਰਾਫਟ ਤਿਆਰ ਕੀਤਾ ਤਾਂ ਇਸ ਤੋਂ ਬਾਅਦ ਇੱਕ ਡਰਾਫਟਿੰਗ ਕਮੇਟੀ ਬਣਾਈ ਗਈ ਜਿਸ ਦੇ ਚੇਅਰਮੈਨ ਡਾਕਟਰ ਭੀਮ ਰਾਓ ਅੰਬੇਦਕਰ ਨੂੰ ਬਣਾਇਆ ਗਿਆ ਸੀ। ਤਾਂ ਦੋਸਤੋ ਜਿਹੜੇ BN ਰਾਓ ਹੈ ਉਹਨਾਂ ਨੇ ਕੀ ਕੀਤਾ, ਪ੍ਰਾਰੂਪ ਤਿਆਰ ਕੀਤਾ। ਤਾਂ ਦੋਸਤੋ ਜਿਹੜੇ BN ਰਾਓ ਹੈ ਇਹ ਸੰਵਿਧਾਨ ਸਭਾ ਦੇ ਵਿੱਚ ਜੇ ਦੇਖਿਆ ਜਾਵੇ ਜਿਹੜਾ ਬਰਮਾ ਦਾ ਸੰਵਿਧਾਨ ਹੈਗਾ ਉਸ ਨੂੰ ਬਣਾਉਣ ਦੇ ਵਿੱਚ ਵੀ ਇਹਨਾਂ ਦਾ ਯੋਗਦਾਨ ਬਹੁਤ ਜ਼ਿਆਦਾ ਹੈਗਾ। ਤਾਂ ਦੋਸਤੋ ਇਸ ਡਰਾਫਟਿੰਗ ਕਮੇਟੀ ਜਿਹੜੀ ਬਣਾਈ ਗਈ ਇਹਦਾ ਮੇਨ ਕੰਮ ਕੀ ਸੀ, ਜਿਹੜਾ ਇਹ ਪ੍ਰਾਰੂਪ ਤਿਆਰ ਕੀਤਾ ਗਿਆ ਸੀ ਯਾਨੀ ਕਿ ਡਰਾਫਟ ਤਿਆਰ ਕੀਤਾ ਗਿਆ ਸੀ ਉਸ ਬਾਰੇ ਗੱਲਬਾਤ ਕਰਨੀ, ਉਸ ਬਾਰੇ ਜਾਂਚ ਕਰਨੀ ਇਸ ਸੰਵਿਧਾਨ ਸਭਾ ਦੇ ਜਿਹੜੀ ਡਰਾਫਟਿੰਗ ਕਮੇਟੀ ਹੈ ਇਸ ਦਾ ਮੇਨ ਕੰਮ ਸੀ। ਤਾਂ ਦੋਸਤੋ ਇਹਦੇ ਜਿਹੜੇ ਸੰਵਿਧਾਨ ਸਭਾ ਦੀ ਜਿਹੜੀ ਡਰਾਫਟਿੰਗ ਕਮੇਟੀ ਬਣੀ ਹੈ ਇਹਦੇ 7 ਮੈਂਬਰ ਸੀ। ਡਾਕਟਰ ਭੀਮ ਰਾਓ ਅੰਬੇਦਕਰ ਇਹਦੇ ਜਿਹੜੇ ਹੈਗੇ ਨੇ ਅਧਿਅਕਸ਼ ਨੇ। ਇਸ ਤੋਂ ਇਲਾਵਾ ਸਵਾਮੀ ਅਯੰਗਰ, ਕ੍ਰਿਸ਼ਨਾ ਸਵਾਮੀ ਅਯੰਗਰ, ਗੋਪਾਲ ਸਵਾਮੀ ਅਯੰਗਰ, ਮੁਹੰਮਦ ਸਾਧੂ ਰਾਮ, KM ਮੁਨਸ਼ੀ, TT ਕ੍ਰਿਸ਼ਨਮਚਾਰੀ, ਮਾਧਵ ਰਾਓ, ਇਹ ਸਾਰੇ ਕੀ ਨੇ ਇਸ ਸੰਵਿਧਾਨ ਸਭਾ ਦੀ ਜਿਹੜੀ ਡਰਾਫਟਿੰਗ ਕਮੇਟੀ ਹੈ ਉਸ ਦੇ ਕੀ ਨੇ ਮੈਂਬਰ ਨੇ। ਤਾਂ ਦੋਸਤੋ ਹੁਣ ਡਰਾਫਟਿੰਗ ਕਮੇਟੀ ਬਣੀ
ਤਾਂ ਦੋਸਤੋ ਡਰਾਫਟਿੰਗ ਕਮੇਟੀ ਹੈ ਜਿਹੜੀ ਬਣੀ, ਤਾਂ ਇਸ ਤੋਂ ਬਾਅਦ ਜੇ ਦੇਖਿਆ ਜਾਵੇ ਡਰਾਫਟਿੰਗ ਕਮੇਟੀ ਦਾ ਮੇਨ ਕੰਮ ਕੀ ਹੈ, ਜਿਹੜਾ ਪ੍ਰਾਰੂਪ ਤਿਆਰ ਕੀਤਾ ਗਿਆ BN ਰਾਓ ਦੇ ਦੁਆਰਾ ਉਸ ਦੀ ਜਾਂਚ ਕਰਨਾ। ਤਾਂ ਹੁਣ ਦੋਸਤੋ ਜੇ ਦੇਖਿਆ ਜਾਵੇ, ਹੁਣ ਫੈਕਚੁਅਲ ਅਸੀਂ ਗੱਲ ਕਰਦੇ ਹਾਂ, ਜਿਹੜੇ ਸਾਡੀ ਸੰਵਿਧਾਨ ਸਭਾ ਹੈਗੀ ਉਸ ਦੇ ਵਿੱਚ ਕਾਂਗਰਸ ਦੇ ਕੁੱਲ ਕਿੰਨੇ ਮੈਂਬਰ ਸੀ, 208 ਮੈਂਬਰ ਜਿੱਤੇ ਸੀ। ਤਾਂ ਦੋਸਤੋ ਜੇ ਦੇਖਿਆ ਜਾਵੇ ਜਿਹੜੀ ਸੰਵਿਧਾਨ ਸਭਾ ਹੈਗੀ ਇਸ ਦੇ ਕੁੱਲ ਕਿੰਨੇ ਅਧਿਵੇਸ਼ਨ ਹੋਏ ਨੇ ਦੋਸਤੋ, ਕੁੱਲ 12 ਅਧਿਵੇਸ਼ਨ ਹੋਏ ਨੇ। ਕੁੱਲ ਕਿੰਨੇ ਅਧਿਵੇਸ਼ਨ ਹੋਏ ਨੇ ਦੋਸਤੋ, 12 ਅਧਿਵੇਸ਼ਨ ਹੋਏ ਨੇ। ਤਾਂ ਦੋਸਤੋ ਕਈ ਕਿਤਾਬਾਂ ਦੇ ਵਿੱਚ 11 ਮਿਲਦੇ ਨੇ। 24 ਅਗਸਤ 1947 ਨੂੰ ਵੀ ਇੱਕ ਅਧਿਵੇਸ਼ਨ ਹੋਇਆ ਸੀ, ਇਸ ਕਰਕੇ ਅਸੀਂ ਕਹਿ ਸਕਦੇ ਹਾਂ ਇਸ ਦੇ ਵਿੱਚ ਕੁੱਲ ਕਿੰਨੇ ਅਧਿਵੇਸ਼ਨ ਹੋਏ ਨੇ, ਕੁੱਲ 12 ਅਧਿਵੇਸ਼ਨ ਹੋਏ ਨੇ। ਪਹਿਲੀ ਬੈਠਕ ਦੇ ਵਿੱਚ ਦੋਸਤੋ ਜਦੋਂ ਹੋਈ ਤਾਂ ਉਸ ਦੇ ਵਿੱਚ ਮਹਿਲਾਵਾਂ ਦੀ ਗਿਣਤੀ ਕਿੰਨੀ ਸੀ, ਕੁੱਲ 9 ਸੀ। ਤਾਂ ਜਦੋਂ ਸਾਡਾ ਸੰਵਿਧਾਨ ਬਣ ਕੇ ਤਿਆਰ ਹੋਇਆ ਉਦੋਂ ਤੱਕ ਮਹਿਲਾਵਾਂ ਦੀ ਗਿਣਤੀ ਕਿੰਨੀ ਸੀ ਦੋਸਤੋ, 15 ਹੋ ਗਈ ਸੀ। ਤਾਂ ਦੋਸਤੋ ਇੱਕੋ ਇੱਕ ਮਹਿਲਾ ਜਿਹੜੀ ਮੁਸਲਮਾਨ ਸੀ ਉਸ ਦਾ ਨਾਮ ਕੀ ਸੀ ਦੋਸਤੋ, ਬੇਗਮ ਐਜਾਜ਼ ਰਸੂਲ। ਬੇਗਮ ਐਜਾਜ਼ ਰਸੂਲ ਨਾਂ ਦੀ ਮਹਿਲਾ ਇੱਕੋ ਇੱਕ ਸੀ ਦੋਸਤੋ ਜਿਹੜੀ ਮੁਸਲਮਾਨ ਸੀ, ਜਿਸ ਦਾ ਨਾਮ ਕੀ ਸੀ, ਬੇਗਮ ਐਜਾਜ਼ ਰਸੂਲ। ਤਾਂ ਦੋਸਤੋ ਇਸ ਤੋਂ ਬਾਅਦ ਅਸੀਂ ਅੱਗੇ ਗੱਲ ਕਰਦੇ ਹਾਂ। ਤਾਂ ਦੋਸਤੋ ਜਿਹੜਾ ਸਾਡਾ ਸੰਵਿਧਾਨ ਹੈ ਹੁਣ ਬਣ ਕੇ ਤਿਆਰ ਹੋ ਗਿਆ। ਕਦੋਂ ਤੱਕ ਬਣ ਕੇ ਤਿਆਰ ਹੋ ਗਿਆ, 26 ਨਵੰਬਰ 1949 ਨੂੰ। ਤਾਂ ਦੋਸਤੋ 26 ਨਵੰਬਰ 1949 ਨੂੰ ਸਾਡਾ ਸੰਵਿਧਾਨ ਬਣ ਕੇ ਤਿਆਰ ਹੋ ਗਿਆ। ਤਾਂ ਦੇਖੋ ਦੋਸਤੋ ਅਸੀਂ 26 ਨਵੰਬਰ 1949 ਨੂੰ ਸੰਵਿਧਾਨ ਨੂੰ ਲਾਗੂ ਨਹੀਂ ਕੀਤਾ। ਕਾਰਨ ਕੀ ਸੀ, ਇਸ ਤੋਂ ਪਹਿਲਾਂ ਦੋਸਤੋ 26 ਜਨਵਰੀ 1930 ਨੂੰ ਅਸੀਂ ਪਹਿਲੀ ਵਾਰ ਸਾਡਾ ਆਜ਼ਾਦੀ ਦਿਵਸ ਮਨਾਇਆ ਸੀ। ਇਸ ਕਰਕੇ ਉਸ ਦਿਨ ਦੀ ਮਹੱਤਤਾ ਖਤਮ ਨਾ ਹੋ ਜਾਵੇ, ਕਿਉਂਕਿ ਅਸੀਂ ਇੰਡੀਪੈਂਡੈਂਸ ਡੇ ਹੈ ਜਿਹੜਾ ਉਹ ਮਨਾਉਣੇ ਆ 15 ਅਗਸਤ 1947 ਨੂੰ। ਇਸ ਕਰਕੇ ਅਸੀਂ ਨੇ 26 ਜਨਵਰੀ 1950 ਨੂੰ ਆਪਣਾ ਸੰਵਿਧਾਨ ਲਾਗੂ ਪੂਰਨ ਰੂਪ ਦੇ ਵਿੱਚ ਕੀਤਾ ਸੀ। ਤਾਂ ਦੋਸਤੋ ਅੰਸ਼ਿਕ ਰੂਪ ਦੇ ਵਿੱਚ ਜਿਹੜਾ ਸਾਡਾ ਸੰਵਿਧਾਨ ਹੈ ਜਿਹੜਾ ਉਹ ਲਾਗੂ ਹੋ ਗਿਆ ਸੀ ਉਹ 26 ਨਵੰਬਰ 1949 ਨੂੰ ਹੋ ਗਿਆ ਸੀ। ਤਾਂ ਉਸ ਟਾਈਮ ਕੁੱਲ 16 ਅਨੁਛੇਦ ਨੇ ਜਿਹੜੇ ਲਾਗੂ ਕੀਤੇ ਗਏ ਸੀ। ਤਾਂ ਜਿਵੇਂ ਦੋਸਤੋ 5, 6, 7, 8, 9, 60, 366, 380, 394 ਦੋਸਤੋ 324 ਇਹ ਸਾਰੇ ਅਨੁਛੇਦ ਨੇ ਜਿਹੜੇ ਉਸ ਟਾਈਮ 26 ਨਵੰਬਰ 1949 ਨੂੰ ਲਾਗੂ ਹੋ ਗਏ ਸੀ। ਤਾਂ ਦੋਸਤੋ ਇਸ ਤੋਂ ਬਾਅਦ ਅਸੀਂ ਦੇਖਿਆ ਜਾਵੇ ਦੋਸਤੋ ਇੱਕ ਵਿਧੀ ਦਿਵਸ ਮਨਾਉਂਦੇ ਹਾਂ, ਜਿਹੜਾ ਕਿ ਲక్ష్ਮੀ ਮੱਲ ਸਿੰਘਵੀ ਦੇ ਕਹਿਣ ਤੇ ਅਸੀਂ ਮਨਾਉਣ ਲੱਗ ਪਏ ਹਾਂ ਵਿਧੀ ਦਿਵਸ ਦੋਸਤੋ। ਇਸ ਤੋਂ ਬਾਅਦ ਦੋਸਤੋ ਹੁਣ ਅਸੀਂ ਗੱਲ ਕਰਦੇ ਹਾਂ ਅੰਤਿਮ ਬੈਠਕ ਬਾਰੇ। ਤਾਂ ਦੋਸਤੋ ਜਿਹੜੀ ਅੰਤਿਮ ਬੈਠਕ ਹੈ ਸੰਵਿਧਾਨ ਸਭਾ ਦੀ ਉਹ ਹੋਈ ਹੈ 24 ਜਨਵਰੀ 1950 ਨੂੰ। ਤਾਂ ਉਸ ਟਾਈਮ ਜਿਹੜੇ 284 ਮੈਂਬਰਾਂ ਨੇ ਕੀ ਕੀਤੇ ਸੀ, ਸੰਵਿਧਾਨ ਦੇ ਉੱਤੇ ਸਾਈਨ ਕੀਤੇ ਸੀ। ਤਾਂ ਸਵਾਲ ਅਕਸਰ ਆਉਂਦਾ ਹੈ ਅੰਤਿਮ ਬੈਠਕ ਕਦੋਂ ਹੋਈ ਹੈ ਸੰਵਿਧਾਨ ਸਭਾ ਦੀ, 24 ਜਨਵਰੀ 1950 ਨੂੰ। ਪਹਿਲੀ ਬੈਠਕ ਕਦੋਂ ਹੋਈ ਸੀ ਦੋਸਤੋ, 9 ਦਸੰਬਰ 1946 ਨੂੰ। ਅੰਤਿਮ ਬੈਠਕ ਕਦੋਂ ਹੋਈ ਹੈ, 24 ਜਨਵਰੀ 1950 ਨੂੰ। ਤੇ ਕੁੱਲ ਕਿੰਨੇ ਮੈਂਬਰਾਂ ਨੇ ਸਾਈਨ ਕੀਤੇ ਨੇ, 284 ਮੈਂਬਰਾਂ ਨੇ ਸਾਈਨ ਕੀਤੇ ਸੀ। ਸ਼ੁਰੂ ਦੇ ਵਿੱਚ ਕਿੰਨੇ ਮੈਂਬਰ ਸੀ ਦੋਸਤੋ, 399 ਮੈਂਬਰ ਸੀ। ਤੇ ਦੋਸਤੋ ਐਂਡ ਤੇ ਕਿੰਨੇ ਮੈਂਬਰਾਂ ਨੇ ਸਾਈਨ ਕੀਤੇ ਨੇ, 284 ਮੈਂਬਰਾਂ ਨੇ ਸਾਈਨ ਕੀਤੇ ਨੇ। ਪਹਿਲੇ ਵਿਅਕਤੀ ਜਿਨ੍ਹਾਂ ਨੇ ਸਾਈਨ ਕੀਤੇ ਨੇ ਦੋਸਤੋ ਉਹ ਸੀ ਸਾਡੇ ਜਵਾਹਰ ਲਾਲ ਨਹਿਰੂ। ਅੰਤਿਮ ਜਿਹੜੇ ਵਿਅਕਤੀ ਨੇਗੇ ਡਾਕਟਰ ਰਜਿੰਦਰ ਪ੍ਰਸਾਦ। ਤਾਂ ਹਮੇਸ਼ਾ ਇਹ ਸਵਾਲ ਆਉਂਦੇ ਰਹਿੰਦੇ ਨੇ। ਤਾਂ ਦੋਸਤੋ ਦੇਖੋ ਮੁਸਲਿਮ ਲੀਗ ਤੋਂ ਜਾਣ ਤੋਂ ਬਾਅਦ 324 ਮੈਂਬਰ ਰਹਿ ਗਏ ਸੀ, ਪਰ ਸਿਰਫ 284 ਮੈਂਬਰਾਂ ਨੇ ਸਾਈਨ ਕੀਤੇ ਸੀ। ਬਾਕੀ ਮੈਂਬਰਾਂ ਨੇ ਹੋ ਸਕਦਾ ਹੈ ਇਸ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਹੋਵੇ। ਤਾਂ ਦੋਸਤੋ ਜਿਵੇਂ ਸਾਡੇ ਨੁਸਰਤ ਮਹਾਨੀ ਹੈ ਇਹਨਾਂ ਨੇ ਸਾਈਨ ਨਹੀਂ ਕੀਤੇ ਸੀ, ਇਹਨਾਂ ਨੇ ਕਿਹਾ ਸੀ ਕਿ ਅਸੀਂ ਸਾਈਨ ਨਹੀਂ ਕਰਾਂਗੇ। ਤਾਂ ਦੋਸਤੋ 15 ਅਗਸਤ 1947 ਨੂੰ ਜੇ ਦੇਖਿਆ ਜਾਵੇ ਸੰਵਿਧਾਨ ਸਭਾ ਦੇ ਮੈਂਬਰਾਂ ਦੀ ਗਿਣਤੀ ਕਿੰਨੀ ਸੀ, 299 ਸੀ। 299 ਸੀ। ਤੇ ਦੋਸਤੋ ਇਸ ਤੋਂ ਬਾਅਦ ਮੁਸਲਿਮ ਲੀਗ ਦੇ ਬਾਅਦ 324 ਰਹਿ ਗਏ ਸੀ। ਤੇ 15 ਅਗਸਤ 1947 ਨੂੰ ਕਿੰਨੇ ਸੀ ਮੈਂਬਰ ਕੁੱਲ ਇਸ ਦੇ, 299 ਸੀ। ਤੇ ਨੁਸਰਤ ਮਹਾਨੀ ਨੇ ਇਸ ਦੇ ਵਿੱਚ ਸਾਈਨ ਨਹੀਂ ਕੀਤੇ ਸੀ। ਤਾਂ ਦੋਸਤੋ ਪਹਿਲਾ ਰਾਸ਼ਟਰਪਤੀ ਕਿਸ ਨੂੰ ਬਣਾਇਆ ਗਿਆ, ਡਾਕਟਰ ਰਜਿੰਦਰ ਪ੍ਰਸਾਦ ਨੂੰ ਬਣਾਇਆ ਗਿਆ ਸੀ। 24 ਜਨਵਰੀ 1950 ਨੂੰ ਪਹਿਲੇ ਰਾਸ਼ਟਰਪਤੀ ਚੁਣੇ ਗਏ ਡਾਕਟਰ ਰਜਿੰਦਰ ਪ੍ਰਸਾਦ। ਤਾਂ ਸਵਾਲ ਇਹ ਆਉਂਦਾ ਹੁਣ ਕਿ ਜਦੋਂ ਸੰਵਿਧਾਨ ਸਭਾ ਹੈਗੀ ਤਾਂ ਇਹਨਾਂ ਨੇ ਕਿਹਾ ਹੈਗਾ ਪਹਿਲਾ ਰਾਸ਼ਟਰਪਤੀ ਚੁਣ ਕੇ ਆਇਆ, ਤਾਂ ਉਹ ਕਿਵੇਂ ਚੁਣ ਕੇ ਆਇਆ। ਦੇਖੋ ਦੋਸਤੋ ਜਿਹੜੀ ਸਾਡੀ ਸੰਵਿਧਾਨ ਸਭਾ ਹੈਗੀ ਇਹ ਦੋ ਰੂਪ ਦੇ ਵਿੱਚ ਕੰਮ ਕਰਦੀ ਹੈ, ਇੱਕ ਤਾਂ ਸੰਸਦ ਦੇ ਰੂਪ ਦੇ ਵਿੱਚ, ਇੱਕ ਸੰਵਿਧਾਨ ਸਭਾ ਦੇ ਰੂਪ ਦੇ ਵਿੱਚ। ਤਾਂ ਦੇਖੋ ਦੋਸਤੋ ਜੇਕਰ ਤੜਕੇ ਇਹਨਾਂ ਨੇ ਸੰਵਿਧਾਨ ਸਭਾ ਦੇ ਰੂਪ ਦੇ ਵਿੱਚ ਕੰਮ ਕੀਤਾ ਤਾਂ ਅੰਤ ਨੇ ਇਹ ਸੰਸਦ ਦੇ ਰੂਪ ਦੇ ਵਿੱਚ ਕੰਮ ਕਰਦੀ ਹੁੰਦੀ ਸੀ। ਤਾਂ ਦੋਸਤੋ ਇਸ ਤਰੀਕੇ ਨਾਲ ਜਿਹੜੇ ਸਾਡੀ ਸੰਵਿਧਾਨ ਸਭਾ ਹੈਗੀ ਉਸ ਦੇ ਵਿੱਚ ਪਹਿਲੀ ਵਾਰ ਜਿਹੜੇ ਸਾਡੇ ਪ੍ਰਧਾਨ ਰਾਸ਼ਟਰਪਤੀ ਬਣੇ ਨੇ ਉਹ ਕੌਣ ਬਣੇ ਨੇ ਦੋਸਤੋ, ਡਾਕਟਰ ਰਜਿੰਦਰ ਪ੍ਰਸਾਦ ਚੁਣ ਕੇ ਬਣੇ ਸੀ। ਤਾਂ ਇਸ ਤੋਂ ਬਾਅਦ ਦੋਸਤੋ ਜਿਹੜੇ ਪਹਿਲੇ
ਇਸ ਦੇ ਵਿੱਚ ਕੀ ਹੈ, ਜਿਹੜੇ ਸਾਡੇ ਪਹਿਲੇ ਯਾਨੀ ਕਿ ਸਪੀਕਰ ਬਣੇ ਨੇ ਉਹ ਕੌਣ ਬਣੇ ਸੀ, ਜੀ.ਬੀ. ਮਾਵਲੰਕਰ ਸਾਹਿਬ, ਗਣੇਸ਼ ਵਾਸੂਦੇਵ ਮਾਵਲੰਕਰ ਸਾਹਿਬ ਬਣੇ ਸੀ। ਤਾਂ ਦੋਸਤੋ ਭਾਰਤ ਦਾ ਜੇ ਦੇਖਿਆ ਜਾਵੇ ਦੋਸਤੋ, ਜਿਹੜਾ ਸ਼ੀਰਸ਼ਕ ਹੈ ਯਾਨੀ ਕਿ ਭਾਰਤ ਦਾ ਸੰਵਿਧਾਨ ਲਿਖਿਆ ਹੋਇਆ ਉਹ ਕਿੱਥੇ ਲਿਖਿਆ ਹੋਇਆ ਹੈਗਾ, ਆਰਟੀਕਲ 393 ਦੇ ਵਿੱਚ ਲਿਖਿਆ ਹੋਇਆ ਹੈਗਾ। ਤਾਂ ਦੋਸਤੋ 394 ਦੇ ਵਿੱਚ ਲਿਖਿਆ ਹੋਇਆ ਹੈਗਾ ਕਿ ਸੰਵਿਧਾਨ 26 ਜਨਵਰੀ 1950 ਨੂੰ ਬਾਕੀ ਅਨੁਛੇਦ ਨੇ ਜਿਹੜੇ ਸੰਵਿਧਾਨ ਦੇ ਉਹ ਲਾਗੂ ਕਰ ਦਿੱਤੇ ਜਾਣਗੇ। ਤਾਂ ਦੋਸਤੋ ਇਹ ਸਾਨੂੰ ਪਤਾ ਹੋਣਾ ਜ਼ਰੂਰੀ ਹੈ ਕਿ ਸੰਵਿਧਾਨ ਲਾਗੂ ਕੀਤਾ ਗਿਆ ਉਹ ਕਿੱਥੇ ਲਿਖਿਆ ਹੈਗਾ, 394 ਦੇ ਵਿੱਚ ਲਿਖਿਆ ਹੈਗਾ ਕਿ 26 ਜਨਵਰੀ 1950 ਨੂੰ ਬਾਕੀ ਸਾਰੇ ਅਨੁਛੇਦ ਲਾਗੂ ਕਰ ਦਿੱਤੇ ਜਾਣਗੇ। ਤਾਂ 395 ਦੇ ਵਿੱਚ ਕੀ ਲਿਖਿਆ ਹੋਇਆ ਦੋਸਤੋ, ਇਹ ਅਨੁਛੇਦਾਂ ਬਾਰੇ ਸਾਨੂੰ ਪਤਾ ਹੋਣਾ ਜ਼ਰੂਰੀ ਹੈ। 393 ਦੇ ਵਿੱਚ ਸੰਵਿਧਾਨ ਦਾ ਸ਼ੀਰਸ਼ਕ ਹੈ, 394 ਦੇ ਵਿੱਚ ਲਿਖਿਆ ਹੈਗਾ ਕਦੋਂ ਲਾਗੂ ਹੋਇਆ ਹੈਗਾ, 395 ਦੇ ਵਿੱਚ ਲਿਖਿਆ ਹੈਗਾ ਕਿ 1935 ਦਾ ਜਿਹੜਾ ਐਕਟ ਹੈਗਾ ਉਹ ਖਤਮ ਕਰ ਦਿੱਤਾ ਜਾਵੇਗਾ। ਤਾਂ ਹੁਣ ਅਸੀਂ ਗੱਲ ਕਰਦੇ ਹਾਂ ਦੋਸਤੋ ਟਿੱਪਣੀਆਂ ਬਾਰੇ। ਤਾਂ ਦੋਸਤੋ ਸੰਵਿਧਾਨ ਸਭਾ ਨੂੰ ਹਿੰਦੂਆਂ ਦੀ ਸੰਸਥਾ ਕਿਸ ਨੇ ਕਿਹਾ ਹੈਗਾ, ਲਾਰਡ ਸਾਈਮਨ ਨੇ। ਜਾਤੀ ਦੀ ਸੰਸਥਾ ਕਿਸ ਨੇ ਕਿਹਾ ਦੋਸਤੋ, ਚਰਚਿਲ ਨੇ ਕਿਹਾ ਹੈਗਾ। ਤੇ ਇਸ ਤੋਂ ਇਲਾਵਾ ਇਹ ਵੀ ਕਿਹਾ ਸੀ ਕਿ ਇਹ ਅਜਿਹਾ ਵਿਆਹ ਹੈ ਜਿਸ ਦੀ ਦੁਲਹਨ ਗਾਇਬ ਹੈ। ਤਾਂ ਦੋਸਤੋ ਇਸ ਤਰ੍ਹਾਂ ਜਿਹੜਾ ਸੀ ਸਾਡਾ ਸੰਵਿਧਾਨ ਬਣ ਕੇ ਤਿਆਰ ਹੋ ਗਿਆ ਸੀ। ਜੇ ਵੀਡੀਓ ਚੰਗੀ ਲੱਗੇ ਲਾਈਕ ਕਰਿਓ, ਧੰਨਵਾਦ।